So hello students, I am Dr. Satwinder Kaur and in today's lecture I am going to explain you about money and its kinds. ਇਹਦਾ ਕਾਫੀ ਪ੍ਰੋਪੋਰਸ਼ਨ ਆਪਾਂ ਕੱਲ ਕਰ ਲਿਆ ਸੀ ਸੋ ਅੱਜ ਇਸ ਨੂੰ ਆਪਾਂ ਵਾਈਂਡ ਅਪ ਕਰਾਂਗੇ। ਸੋ ਤਿੰਨ ਟਾਈਪਸ ਦੇ ਵਿੱਚ ਮਨੀ ਦੀਆਂ ਟਾਈਪਸ ਨੂੰ ਡਿਵਾਈਡ ਕੀਤਾ ਗਿਆ ਅਕੋਰਡਿੰਗ ਟੂ ਇਟਸ ਨੇਚਰ, ਅਕੋਰਡਿੰਗ ਟੂ ਲੀਗੈਲਿਟੀ ਆਫ ਮਨੀ ਐਂਡ ਅਕੋਰਡਿੰਗ ਟੂ ਮਨੀ ਮਟੀਰੀਅਲ। ਸਭ ਤੋਂ ਪਹਿਲੇ ਅਸੀਂ ਗੱਲ ਕੀਤੀ ਸੀ ਨੇਚਰ ਆਫ ਮਨੀ। ਨੇਚਰ ਆਫ ਮਨੀ ਦੇ ਅਕੋਰਡਿੰਗਲੀ ਦੇ ਦੋ ਪਾਰਟਸ ਨੇ। ਪਹਿਲਾ ਹੈ ਐਕਚੁਅਲ ਮਨੀ, ਜੋ ਮਨੀ ਸਰਕੂਲੇਟ ਹੁੰਦੀ ਹੈ ਮਾਰਕੀਟ ਦੇ ਵਿੱਚ, ਜਿਵੇਂ ਕਿ ਰੁਪਏ ਦੇ ਨੋਟਸ ਨੇ ਤੁਹਾਡੀ ਕੰਟਰੀ ਦੇ ਵਿੱਚ। ਰੋਜ਼ਮਰਤਬਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਇਹਨਾਂ ਨੋਟਸ ਨੂੰ ਯੂਜ਼ ਕਰਦੇ ਹੋ ਫੋਰ ਦ ਟ੍ਰਾਂਜੈਕਸ਼ਨ ਪਰਪਸ। ਓਕੇ, ਉਸ ਤੋਂ ਬਾਅਦ ਇਸ ਮਨੀ ਨੂੰ ਅਸੀਂ ਇਹ ਵੀ ਡਿਸਕਸ ਕੀਤਾ ਹੈ ਕਿ ਦੈਟ ਇਜ਼ ਕਿ ਐਕਚੁਅਲ ਮਨੀ ਇਜ਼ ਆਲਸੋ ਨੋਨ ਐਜ਼ ਮਨੀ ਪ੍ਰੋਪਰ। ਇਹਦੀਆਂ ਕੇ ਦੋ ਟਾਈਪਸ ਨੇ। पहली टाइप है कमोडिटी मनी, दूसरी टाइप है रिप्रेजेंटेटिव मनी। कमोडिटी मनी ਉਹ ਮਨੀ ਹੁੰਦੀ ਹੈ ਜਿਸ ਦੀ ਫੇਸ ਵੈਲਿਊ ਤੇ ਇੰਟ੍ਰਿੰਸਿਕ ਵੈਲਿਊ ਦੈਟ ਇਜ਼ ਜਿਸ ਧਾਤ ਦੀ ਉਹ ਬਣੀ ਹੈ ਉਹ ਇੱਕ ਦੂਜੇ ਦੇ ਬਰਾਬਰ ਹੁੰਦੀ ਹੈ। ਫੇਸ ਵੈਲਿਊ ਇਜ਼ ਇਕੁਅਲ ਟੂ ਇੰਟ੍ਰਿੰਸਿਕ ਵੈਲਿਊ। ਜਿਵੇਂ ਕਿ 골ਡ ਦੇ ਕੁਆਇਨਸ, ਜਿੰਨੀ 골ਡ ਦੇ ਕੁਆਇਨ ਦੀ ਆਪਣੀ ਵੈਲਿਊ ਹੋਏਗੀ ਉਹਦੇ ਤੇ ਅੰਕਿਤ ਹੋਈ ਫੇਸ ਵੈਲਿਊ ਵੀ ਉਸਦੇ ਬਰਾਬਰ ਹੀ ਹੋਏਗੀ। ਦੂਸਰੀ ਕੀਤੀ ਸੀ ਰਿਪਰੈਜ਼ੈਂਟੇਟਿਵ ਮਨੀ, ਉਹ ਮਨੀ ਜਿਸ ਦੀ ਫੇਸ ਵੈਲਿਊ ਤੇ ਇੰਟ੍ਰਿੰਸਿਕ ਵੈਲਿਊ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦੇ। ਜਿਵੇਂ ਪੇਪਰ ਕਰੰਸੀ ਨੋਟ ਉੱਪਰ ਲਿਖਿਆ ਹੋਇਆ 500 ਪਰ ਕੋਸਟ ਉਹਦੀ ਬਣਨ ਦੀ, ਪੇਪਰ ਦੇ ਬਣਨ ਦੀ ਕੋਸਟ ਆਈ ਹੈ 1 ਰੁਪਇਆ 50 ਪੈਸੇ 80 ਪੈਸੇ। ਸੋ ਅਗਲੀ ਟਾਈਪ ਹੈ ਮਨੀ ਆਫ ਅਕਾਊਂਟ। ਮਨੀ ਆਫ ਅਕਾਊਂਟ ਦਾ ਮਤਲਬ ਹੁੰਦਾ ਹੈ ਉਹ ਮਨੀ ਜਿਹੜੀ ਕਿ ਤੁਹਾਡੀ ਕੰਟਰੀ ਦੇ ਵਿੱਚ ਆਫੀਸ਼ੀਅਲੀ ਅਕਾਊਂਟਸ ਮੇਨਟੇਨ ਕਰਨ ਦੇ ਸਟੇਟਸ ਨੂੰ ਹਾਸਿਲ ਕਰ ਚੁੱਕੀ ਹੈ। ਸੋ ਉਸ ਮਨੀ ਨੂੰ ਆਪਾਂ ਬੋਲਦੇ ਆ ਮਨੀ ਆਫ ਅਕਾਊਂਟ। ਆਪਣੀ ਕੰਟਰੀ ਇੰਡੀਆ ਦੇ ਵਿੱਚ ਰੁਪਏ ਹੀ ਮਨੀ ਆਫ ਅਕਾਊਂਟ ਹੈ ਤੇ ਰੁਪਏ ਹੀ ਐਕਚੁਅਲ ਮਨੀ ਹੈ। ਇੱਕ ਐਗਜ਼ਾਮਪਲ ਨਾਲ ਕੀਤੀ ਸੀ ਜਰਮਨ ਦੀ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਜਰਮਨ ਮਾਰਕ ਜਿਹੜਾ ਹੈ ਉਹ ਐਕਚੁਅਲ ਮਨੀ ਦੇ ਤੌਰ ਤੇ ਹੀ ਰਿਹਾ ਪਰ ਮਨੀ ਆਫ ਅਕਾਊਂਟ ਅਮਰੀਕਨ ਡਾਲਰ ਬਣ ਗਿਆ ਕਿਉਂਕਿ ਜਰਮਨ ਮਾਰਕ ਜਿਹੜੀ ਹੈ ਉਸਦੀ ਜਿਹੜੀ ਹੈ ਵੈਲਿਊ ਕਾਫੀ ਡੈਪਰੀਸ਼ੀਏਟ ਕਰ ਗਈ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ। ਨੈਕਸਟ ਲੀਗੈਲਿਟੀ ਆਫ ਮਨੀ। ਲੀਗੈਲਿਟੀ ਆਫ ਮਨੀ ਦੇ ਅਕੋਰਡਿੰਗਲੀ ਮਨੀ ਦੋ ਟਾਈਪ ਦੀ ਹੈ। ਲੀਗੈਲਿਟੀ ਦਾ ਮਤਲਬ ਹੁੰਦਾ ਹੈ ਜਿਸ ਨੂੰ ਲੀਗਲ ਸਟੇਟਸ ਹਾਸਿਲ ਹੈ ਜਾਂ ਨਹੀਂ। ਸੋ ਪਹਿਲਾ ਹੈ ਇਸ ਦੇ ਵਿੱਚ ਲੀਗਲ ਟੈਂਡਰ ਮਨੀ, ਦੂਸਰੀ ਹੈ ਆਪਸ਼ਨਲ ਮਨੀ। ਲੀਗਲ ਟੈਂਡਰ ਮਨੀ ਉਹ ਮਨੀ ਹੈ ਜਿਸ ਨੂੰ ਗਵਰਨਮੈਂਟ ਨੇ ਲੀਗਲੀ ਅਧਿਕਾਰ ਦਿੱਤਾ ਹੋਇਆ ਹੈ ਮਨੀ ਦਾ। ਦੈਟ ਮੀਨਸ ਕਿ ਇਸ ਮਨੀ ਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ ਅਸੈਪਟ ਕਰਨ। ਇਹ ਦੋ ਤਰ੍ਹਾਂ ਦੀ ਹੈ। ਪਹਿਲੀ ਹੈ ਲਿਮਿਟਿਡ ਲੀਗਲ ਟੈਂਡਰ, ਦੂਸਰੀ ਹੈ ਅਨਲਿਮਿਟਿਡ ਲੀਗਲ ਟੈਂਡਰ। ਲਿਮਿਟਿਡ ਲੀਗਲ ਟੈਂਡਰ ਦਾ ਮਤਲਬ ਹੈ ਕਿ ਇੱਕ ਲਿਮਿਟ ਤੋਂ ਬਾਅਦ ਇੱਕ ਪਰਸਨ ਉਸ ਨੂੰ ਅਸੈਪਟ ਕਰਨ ਦੇ ਵਿੱਚ ਨਾ ਕਰ ਸਕਦਾ ਹੈ। ਜਿਵੇਂ 50 ਪੈਸੇ ਕਰਕੇ ਅਗਰ ਤੁਸੀਂ ਕਿਸੇ ਬੰਦੇ ਨੂੰ 10 ਰੁਪਏ ਦਿੰਦੇ ਹੋ ਤਾਂ ਉਹ ਇੱਕ ਲਿਮਿਟਿਡ ਲੀਗਲ ਟੈਂਡਰ ਕਹਾਏਗਾ। ਦੈਟ ਮੀਨਸ ਆਫਟਰ 10 ਰੁਪਏ ਜੇ 50 ਪੈਸੇ 'ਚ ਤੁਹਾਨੂੰ 11ਵਾਂ ਰੁਪਇਆ ਦਿੱਤਾ ਜਾ ਰਿਹਾ ਤਾਂ ਤੁਸੀਂ ਉਹ ਲੈਣ ਨੂੰ ਰਿਫਿਊਜ਼ ਕਰ ਸਕਦੇ ਹੋ, ਡਿਨਾਈ ਕਰ ਸਕਦੇ ਹੋ। ਦੈਨ ਹੈ ਅਨਲਿਮਿਟਿਡ ਲੀਗਲ ਟੈਂਡਰ ਮਨੀ। ਅਨਲਿਮਿਟਿਡ ਲੀਗਲ ਟੈਂਡਰ ਮਨੀ ਉਹ ਮਨੀ ਹੈ ਜਿਹੜੀ ਕਿ ਅਨਲਿਮਿਟਿਡ ਹੈ। ਦੈਟ ਮੀਨਸ ਕਿ ਕੋਈ ਵੀ ਇਸ ਨੂੰ ਅਸਵੀਕਾਰ ਨਹੀਂ ਕਰ ਸਕਦਾ ਅਸੈਪਟ ਕਰਨ ਨੂੰ ਜਿੰਨੀ ਵੀ ਲੈਵਲ ਤੱਕ ਪੇਮੈਂਟ ਹੋਵੇ। ਇੰਡੀਆ ਵਿੱਚ ਜਿਹੜੀ ਪੇਪਰ ਕਰੰਸੀ ਹੈ ਉਹ ਸਾਰੀ ਅਨਲਿਮਿਟਿਡ ਲੀਗਲ ਟੈਂਡਰ ਵਿੱਚ ਹੀ ਆਉਂਦੀ ਹੈ। ਨੈਕਸਟ ਹੈ ਆਪਸ਼ਨਲ ਮਨੀ। ਆਪਸ਼ਨਲ ਮਨੀ ਉਹ ਮਨੀ ਹੈ ਜਿਹੜੀ ਕਿ ਤੁਹਾਡੇ ਲਈ ਆਪਸ਼ਨ ਹੈ ਕਿ ਤੁਸੀਂ ਇਸ ਨੂੰ ਇਸ ਫਾਰਮ ਦੇ ਵਿੱਚ ਸਵੀਕਾਰ ਕਰੋ ਚਾਹੇ ਨਾ ਕਰੋ। ਜਿਵੇਂ ਕਿ ਅਗਰ ਤੁਹਾਨੂੰ ਕੋਈ ਪੇਮੈਂਟ ਕਰਨਾ ਚਾਹੁੰਦਾ ਹੈ ਤਾਂ ਉਹ ਤੁਹਾਨੂੰ ਪੁੱਛੇਗਾ ਕਿ ਹਾਂ ਤੁਸੀਂ ਚੈੱਕ ਅਸੈਪਟ ਕਰਦੇ ਹੋ, ਬੈਂਕ ਡਰਾਫਟ ਅਸੈਪਟ ਕਰਦੇ ਹੋ ਤੇ ਇਹ ਤੁਹਾਡੀ ਆਪਣੀ ਵਿਲ ਹੋਏਗੀ ਕਿ ਤੁਸੀਂ ਉਸ ਨੂੰ ਅਸੈਪਟ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ। ਸੋ ਥੀਸ ਆਰ ਆਪਸ਼ਨਲ ਮਨੀ। ਇਸੇ ਤਰੀਕੇ ਨਾਲ ਜਦੋਂ ਤੁਸੀਂ ATM ਕਾਰਡ ਵਗੈਰਾ ਜਾਂ ਡੈਬਿਟ ਕਾਰਡ, ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਤਾਂ ਤੁਸੀਂ ਦੁਕਾਨਦਾਰ ਨੂੰ ਪੁੱਛ ਲੈਂਦੇ ਹੋ ਕਿ ਦੈਟ ਇਜ਼ ਕਿ ਇਹ ਫੈਸਿਲਿਟੀ ਤੁਹਾਡੇ ਤੋਂ ਅਵੇਲੇਬਲ ਹੈ ਕਿ ਨਹੀਂ, ਤੁਸੀਂ ਡੈਬਿਟ ਕਾਰਡ ਅਸੈਪਟ ਕਰਦੇ ਹੋ ਜਾਂ ਨਹੀਂ ਕਰਦੇ। ਸੋ ਉਹ ਬੰਦਾ ਤੁਹਾਨੂੰ ਕਈ ਵਾਰ ਡਿਨਾਈ ਕਰ ਦੇਗਾ ਤਾਂ ਤੁਸੀਂ ਕੈਸ਼ ਫਾਰਮ ਦੇ ਵਿੱਚ ਹੀ ਪੇਮੈਂਟ ਕਰਦੇ ਹੋ। ਨੈਕਸਟ ਹੈ ਮਨੀ ਮਟੀਰੀਅਲ।
ਮਨੀ ਦੇ ਮਟੀਰੀਅਲ ਦੇ ਅਕੋਰਡਿੰਗਲੀ ਮਨੀ ਦੀਆਂ ਟਾਈਪਸ ਨੇ ਕਿ ਜਿਹੜੀ ਉਸ ਧਾਤ ਦਾ ਉਹ ਬਣਿਆ ਹੋਇਆ ਹੈ ਜਾਂ ਜਿਹੜੇ ਵੀ ਮਟੀਰੀਅਲ ਦਾ ਉਹ ਬਣਿਆ ਹੋਇਆ ਹੈ ਉਹ ਕੀ ਹੈ। ਪਹਿਲੀ ਹੈ ਮੈਟੈਲਿਕ ਮਨੀ। ਇੱਥੇ ਤੱਕ ਸਭ ਨੂੰ ਕਲੀਅਰ ਹੈ? ਹਾਂਜੀ ਮੈਮ। ਮੈਟੈਲਿਕ ਮਨੀ ਦਾ ਮਤਲਬ ਹੈ ਮੈਟਲ ਤੋਂ ਬਣੀ ਹੋਈ ਮਨੀ। The money made of metal is called metallic money, ਜਿਵੇਂ ਗੋਲਡ ਤੇ ਸਿਲਵਰ। ਇਸ ਦੀਆਂ ਅੱਗੇ ਦੋ ਟਾਈਪਸ ਨੇ, ਪਹਿਲੀ ਹੈ ਸਟੈਂਡਰਡ ਮਨੀ, ਦੂਸਰੀ ਹੈ ਟੋਕਨ ਮਨੀ। ਸਟੈਂਡਰਡ ਮਨੀ ਤੇ ਜਿਹੜੀ ਪਿੱਛੇ ਤੁਸੀਂ ਕੀਤੀ ਸੀਗੀ that is actual money, commodity money, ਉਹ ਦੋਨੋਂ ਸੇਮ ਨੇ। ਸਟੈਂਡਰਡ ਮਨੀ ਤੇ ਕਮੋਡਿਟੀ ਮਨੀ ਸੇਮ ਨੇ, ਦੈਟ ਇਜ਼ ਕਿ ਜਿਹਦੀ ਫੇਸ ਵੈਲਿਊ ਤੇ ਇੰਟ੍ਰਿੰਸਿਕ ਵੈਲਿਊ ਇੱਕ ਦੂਜੇ ਦੇ ਬਰਾਬਰ ਹੁੰਦੀ ਹੈ, ਉਸ ਨੂੰ ਆਪਾਂ ਸਟੈਂਡਰਡ ਮਨੀ ਦਾ ਨਾਮ ਦਿੰਨੇ ਆ। ਇਸਦੇ ਫੀਚਰਸ ਨੇ, ਇਸ ਨੂੰ ਕਿਸੇ ਵੀ ਲੈਵਲ ਤੱਕ ਆਪਾਂ ਯੂਜ਼ ਕਰ ਸਕਦੇ ਆ। ਇਹਦੇ ਵਿੱਚ ਪਬਲਿਕ ਦਾ ਕੌਨਫੀਡੈਂਸ ਬਹੁਤ ਹੁੰਦਾ ਹੈ ਕਿਉਂਕਿ ਗੋਲਡ ਤੇ ਸਿਲਵਰ ਯੂਜ਼ ਹੁੰਦਾ ਹੈ ਤੇ ਇਸ ਨੂੰ ਅੱਛੇ ਮੀਡੀਅਮ ਆਫ ਐਕਸਚੇਂਜ ਤੇ ਸਟੋਰ ਆਫ ਵੈਲਿਊ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਹੈ ਟੋਕਨ ਮਨੀ। ਟੋਕਨ ਮਨੀ ਉਹ ਮਨੀ ਹੈ ਜਿਸ ਦੀ ਫੇਸ ਵੈਲਿਊ ਤੇ ਇੰਟ੍ਰਿੰਸਿਕ ਵੈਲਿਊ ਇੱਕ ਦੂਜੇ ਦੇ ਬਰਾਬਰ ਨਹੀਂ ਹੁੰਦੀ। ਜੋ ਰੁਪਏ ਦੇ ਉੱਤੇ ਜਾਂ ਜੋ ਕਰੰਸੀ ਦੇ ਉੱਪਰ ਲਿਖਿਆ ਹੋਇਆ ਉਹ ਵੈਲਿਊ ਵੱਧ ਹੋਏਗੀ ਤੇ ਐਕਚੁਅਲ ਜਿਸ ਧਾਤ ਦਾ ਉਹ ਬਣਿਆ ਹੋਇਆ, ਜਿਸ ਵੀ ਚੀਜ਼ ਦਾ ਉਹ ਬਣਿਆ ਹੋਇਆ, ਉਹਦੀ ਵੈਲਿਊ ਘੱਟ ਹੋਏਗੀ। ਜਿਵੇਂ ਕਿ ਮੈਟਲ ਦੇ ਸਿੱਕੇ ਉੱਪਰ ਲਿਖਿਆ ਹੋਇਆ 10 ਰੁਪਏ, ਪਰ ਉਹਦੇ ਤੇ ਕਾਸਟ ਕਿੰਨੀ ਆ ਰਹੀ ਹੈ? 1 ਰੁਪਇਆ 80 ਪੈਸੇ 90 ਪੈਸੇ, ਵੀ ਦੈਟ ਮੀਨਸ ਲੈਸ ਦੈਨ 10 ਰੁਪੀਜ਼। ਇਸੇ ਤਰੀਕੇ ਨਾਲ ਜਿਹੜੇ ਨੋਟ ਨੇ ਉਹਨਾਂ ਦੇ ਉੱਤੇ ਵੀ ਲਿਖਿਆ ਜ਼ਿਆਦਾ ਹੁੰਦਾ ਤੇ ਐਕਚੁਅਲ ਚ ਦੀ ਕੋਸਟ ਘੱਟ ਹੁੰਦੀ ਹੈ। ਪਰ ਟੋਕਨ ਮਨੀ ਚ ਅਸੀਂ ਇਸ ਲਈ ਨਹੀਂ ਇੱਥੇ ਐਗਜ਼ਾਮਪਲ ਦੇ ਰਹੇ ਨੋਟਸ ਦੀ ਕਿਉਂਕਿ ਇਹ ਆਪਾਂ ਕਰੰਸੀ ਕੋਇਨਸ ਦੀ ਗੱਲ ਕਰ ਰਹੇ ਹਾਂ ਰੈਦਰ ਦੈਨ ਪਰ ਕਰੰਸੀ, ਕਿਉਂਕਿ ਮੈਟਲ ਦੀ ਕਰੰਸੀ ਦੀ ਗੱਲ ਕੀਤੀ ਜਾ ਰਹੀ ਹੈ ਪਹਿਲੀ ਟਾਈਪ ਦੇ ਵਿੱਚ। ਸੋ ਟੋਕਨ ਮਨੀ ਉਹ ਹੈ ਉਹ ਸਿੱਕੇ ਜਿਨ੍ਹਾਂ ਦੇ ਉੱਤੇ ਲਿਖਿਆ ਜ਼ਿਆਦਾ ਹੋਇਆ ਪਰ ਐਕਚੁਅਲ ਚ ਉਸਦੀ ਵੈਲਿਊ ਘੱਟ ਹੈ। ਨੈਕਸਟ ਹੈ ਜੀ ਪੇਪਰ ਮਨੀ। ਇੱਥੇ ਤੱਕ ਸਭ ਨੂੰ ਕਲੀਅਰ ਹੈ? ਹਾਂਜੀ। ਪੇਪਰ ਮਨੀ। ਪੇਪਰ ਮਨੀ ਉਹ ਮਨੀ ਹੈ ਜਿਹੜੀ ਕਿ ਪੇਪਰ ਦੇ ਫਾਰਮ ਦੇ ਵਿੱਚ ਅਵੇਲੇਬਲ ਹੁੰਦੀ ਹੈ, ਜਿਸ ਨੂੰ ਇੱਕ ਗਵਰਨਮੈਂਟ ਨੇ ਜਾਂ ਇੱਕ ਦੇਸ਼ ਦੇ ਸੈਂਟਰਲ ਬੈਂਕ ਨੇ ਅਥਾਰਟੀ ਦਿੱਤੀ ਹੋਈ ਹੈ, ਪ੍ਰੋਵੀਜ਼ਨ ਦਿੱਤੀ ਹੋਈ ਹੈ, that is it is published, it is issued in the form of paper। ਇੰਡੀਆ ਦੇ ਵਿੱਚ 1 ਰੁਪੀ ਨੋਟਸ ਜਿਹੜੇ ਨੇ ਜਾਂ ਲੈਸ ਦੈਨ 1 ਰੁਪੀ ਨੋਟਸ ਹੁਣ ਆਣੇ ਬੰਦ ਹੋ ਗਏ ਇਸ ਟਾਈਮ ਤੇ, ਮਿਨਿਸਟਰੀ ਆਫ ਫਾਈਨੈਂਸ ਦੇ ਵੱਲੋਂ ਪਬਲਿਸ਼ ਕੀਤੇ ਜਾਂਦੇ ਨੇ ਤੇ ਉਸ ਤੋਂ ਅਬਾਵ ਦੇ ਜਿੰਨੇ ਵੀ ਹਾਇਰ ਡਿਨੋਮੀਨੇਸ਼ਨਸ ਨੇ ਉਹ ਗਵਰਨਮੈਂਟ ਆਫ ਇੰਡੀਆ ਆਰਬੀਆਈ ਦੇ ਥਰੂ ਜਿਹੜੀ ਹੈ ਪਬਲਿਸ਼ ਕਰਦੀ ਹੈ। ਪੇਪਰ ਮਨੀ ਦੀਆਂ ਅੱਗੇ 4 ਟਾਈਪਸ ਨੇ, ਰਿਪਰੈਜ਼ੈਂਟੇਟਿਵ ਪੇਪਰ ਮਨੀ, ਕਨਵਰਟੀਬਲ ਪੇਪਰ ਮਨੀ, ਇਨਕਨਵਰਟੀਬਲ ਪੇਪਰ ਮਨੀ ਐਂਡ ਫੇਟ ਮਨੀ। ਸਭ ਤੋਂ ਪਹਿਲੇ ਆਪਾਂ ਸ਼ੁਰੂ ਕਰਾਂਗੇ ਰਿਪਰੈਜ਼ੈਂਟੇਟਿਵ ਪੇਪਰ ਮਨੀ ਕੀ ਹੁੰਦੀ। ਰਿਪਰੈਜ਼ੈਂਟੇਟਿਵ ਪੇਪਰ ਮਨੀ ਉਹ ਮਨੀ ਹੈ which is full backed by gold and silver reserves, ਜਿਹਦੇ ਪਿੱਛੇ ਕੰਪਲੀਟਲੀ 골ਡ ਤੇ ਸਿਲਵਰ ਰਿਜ਼ਰਵਸ ਪਏ ਹੁੰਦੇ। Under the monetary system of representative money, gold and silver equal to the value of paper currency। ਜਿੰਨੀ ਪੇਪਰ ਦੀ ਕਰੰਸੀ ਦੀ ਵੈਲਿਊ ਹੋਏਗੀ ਉਨਾ ਹੀ 골ਡ ਤੇ ਸਿਲਵਰ issued are kept in the reserve by the monetary authority। monetary authority ਆਪਣੇ ਖਜ਼ਾਨੇ ਵਿੱਚ ਮੇਨਟੇਨ ਕਰਕੇ ਰੱਖੇਗੀ। I pardon again, representative money ਉਹ ਮਨੀ ਹੈ ਜਿਸ ਦੇ ਬਦਲੇ ਵਿੱਚ 골ਡ ਐਂਡ ਸਿਲਵਰ ਜਿਹੜਾ ਹੈ ਸੇਮ ਉਨੀ ਹੀ ਵੈਲਿਊ ਦਾ ਰੱਖਿਆ ਜਾਂਦਾ ਹੈ ਪੇਪਰ ਕਰੰਸੀ ਦੀ ਫਾਰਮ ਦੇ। 골ਡ ਐਂਡ ਸਿਲਵਰ ਰਿਜ਼ਰਵ ਉਨੀ ਹੀ ਕੁਆਂਟੀਟੀ ਦਾ ਰੱਖਿਆ ਜਾਂਦਾ ਹੈ ਜਿੰਨੀ ਕੁਆਂਟੀਟੀ ਵਿੱਚ ਤੁਸੀਂ ਪੇਪਰ ਕਰੰਸੀ ਦੀ ਵੈਲਿਊ ਪਬਲਿਸ਼ ਕੀਤੀ। ਇਹਦੇ ਫੀਚਰਸ ਨੇ ਕਿ ਇਸ ਦੇ ਨਾਲ ਫਾਇਦਾ ਇਹ ਹੋ ਜਾਂਦਾ ਹੈ ਕਿ 골ਡ ਤੇ ਸਿਲਵਰ ਵਰਗੇ ਪ੍ਰੀਸ਼ੀਅਸ ਰਿਜ਼ਰਵਸ ਜਿਹੜੇ ਨੇ, ਪ੍ਰੀਸ਼ੀਅਸ ਮੈਟਲ ਜਿਹੜੇ ਨੇ ਉਹ ਡੇਲੀ ਸਰਕੂਲੇਸ਼ਨ 'ਚ ਆ ਕੇ ਉਹਨਾਂ ਦੀ ਘਿਸਾਵਟ ਡੈਪਰੀਸੀਏਸ਼ਨ ਨਹੀਂ ਹੁੰਦੀ, ਉਹਨਾਂ ਨੂੰ ਰਿਜ਼ਰਵ ਦੇ ਵਿੱਚ ਸਿਕਿਉਰ ਕਰਕੇ ਰੱਖ ਲਿਆ ਜਾਂਦਾ। ਇਹਦੇ ਵਿੱਚ ਲੋਕਾਂ ਦਾ ਕੌਨਫੀਡੈਂਸ ਜ਼ਿਆਦਾ ਹੁੰਦਾ ਕਿਉਂਕਿ 골ਡ ਤੇ ਸਿਲਵਰ ਪ੍ਰੀਸ਼ੀਅਸ ਮੈਟਲਸ। ਅਨਇਕਨੋਮਿਕਲ ਹੈ, ਸਮ
रिजर्व्स शुड बी नसैसरी, मेनटेन करने जरूरी है, इसलिए किफायती नहीं है। जिमें एट प्रेजेंट पेपर करंसी सस्ती पै जाती है, इवें रिप्रजेंटेटिव पेपर मनी सस्ती नहीं है, क्योंकि ये बदले विच गोल्ड ते सिल्वर नू मेनटेन करके रखा जाएगा। नॉट सूटेबल फॉर लैस डिवेलप कंट्रीज, क्योंकि इन्हां कंट्रीज दे विच ऑलरेडी रिजर्व्स की शॉर्टेज पाई जाती है। किसी को कोई प्रॉब्लम रिप्रेजेंटेटिव मनी तक, पेपर मनी तक? नहीं मैम। Then कन्वर्टिबल पेपर मनी। कन्वर्टिबल पेपर मनी ਉਹ ਮਨੀ ਹੈ, ਨਾਮ ਤੋਂ ਹੀ ਪਤਾ ਚੱਲ ਰਿਹਾ ਹੈ, ਜਿਸ ਨੂੰ ਕਦੀ ਵੀ ਕਨਵਰਟ ਕੀਤਾ ਜਾ ਸਕਦਾ। The paper money which is convertible into standard coins, standard coins ਕੀ ਹੁੰਦੇ ਨੇ? Gold and silver. The paper money which is convertible into standard coins is called convertible paper money. The individuals can get their paper money converted into cash. कदी भी इस मनी ਨੂੰ ਸ਼ੋ ਕਰਕੇ ਤੁਸੀਂ ਕੈਸ਼ ਵਿੱਚ ਕਨਵਰਟ ਕਰਾ ਸਕਦੇ ਹੋ। The paper money is backed by gold and silver reserves. The reserves includes gold, silver and standard coins or approved securities. बड़ी सिंपल गल है। ਇਸ ਦੇ ਵਿੱਚ ਤੁਸੀਂ ਇਸ ਟਾਈਪ ਦੀ ਮਨੀ ਹੈ ਜਿਸ ਦੇ ਬਦਲੇ ਵਿੱਚ ਇਹ ਤੁਸੀਂ ਦੇ ਕੇ ਪ੍ਰੀਸ਼ੀਅਸ ਮੈਟਲ ਨੂੰ ਵੀ ਬਦਲੇ ਵਿੱਚ ਲੈ ਸਕਦੇ ਹੋ। ਦੈਟ ਇਜ਼ ਕਿ ਯੂ ਆਰ ਗਿਵਿੰਗ, ਕਨਵਰਟ ਕਰ ਸਕਦੇ ਹੋ ਇਸ ਨੂੰ ਕਦੀ ਵੀ 골ਡ ਜਾਂ ਸਿਲਵਰ ਦੇ ਵਿੱਚ। ਇਟ ਇਕੋਨੋਮਾਈਜ਼ ਦ ਯੂਜ਼ ਆਫ ਵੈਲਿਊਏਬਲ ਮੈਟਲਸ, ਕਿਉਂਕਿ ਜਦੋਂ ਲੋੜ ਹੋਏਗੀ ਤੁਸੀਂ ਤਦ ਹੀ ਇਸ ਨੂੰ ਕਨਵਰਟ ਕਰਾਓਗੇ, ਅਦਰਵਾਈਜ਼ ਤੁਸੀਂ ਇਸ ਨੂੰ ਯੂਜ਼ ਨਹੀਂ ਕਰ ਰਹੇ। ਇਹ ਰਿਜ਼ਰਵਸ ਦੇ ਵਿੱਚ ਗਵਰਨਮੈਂਟ ਕੋਲ 골ਡ ਐਂਡ ਸਿਲਵਰ ਰਿਜ਼ਰਵਸ ਪਏ ਰਹਿਣਗੇ, ਤੁਸੀਂ ਇਸ ਨੂੰ ਯੂਜ਼ ਨਹੀਂ ਕਰ ਰਹੇ ਡੇਲੀ ਲਾਈਫ 'ਚ, ਪਰ ਜਦੋਂ ਤੁਹਾਨੂੰ ਉਸ ਦੀ ਜ਼ਰੂਰਤ ਹੈ ਤੁਹਾਨੂੰ ਗਵਰਨਮੈਂਟ ਨੇ ਇੰਨੀ ਕੁ ਅਥਾਰਟੀ ਦੇ ਦਿੱਤੀ ਕਿ ਤੁਸੀਂ ਇਸ ਨੂੰ ਕਨਵਰਟ ਕਰਾ ਸਕਦੇ ਹੋ। ਕਿਉਂਕਿ ਇਸ ਦੇ ਵਿੱਚ ਇਹ ਫੀਚਰ ਹੁੰਦਾ ਹੈ ਕਿ ਇਹ ਮਨੀ ਨੂੰ ਕਦੀ ਵੀ ਕਨਵਰਟ ਕੀਤਾ ਜਾ ਸਕਦਾ ਹੈ, ਤਾਂ ਇਸ ਲਈ ਇਹ ਪਬਲਿਕ ਕੌਨਫੀਡੈਂਸ ਜ਼ਿਆਦਾ ਇਨਸਪਾਇਰ ਕਰਦੀ ਹੈ। ਡਸ ਨਾਟ ਇਨਸਪਾਇਰ ਪੀਪਲ ਐਜ਼ ਕੰਪੇਅਰ ਟੂ ਰਿਪਰੈਜ਼ੈਂਟੇਟਿਵ ਮਨੀ। ਕਿਉਂ? ਕਿਉਂਕਿ ਰਿਪਰੈਜ਼ੈਂਟੇਟਿਵ ਮਨੀ ਆਪਣੇ ਆਪ 'ਚ 골ਡ ਤੇ ਸਿਲਵਰ ਹੈ, ਇਸ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਕਿ ਕਨਵਰਟ ਕਰਨਾ ਪਏਗਾ। ਸੋ ਇਸ ਲਈ ਉਸ ਦੇ ਕੰਪੈਰੀਜ਼ਨ ਦੇ ਵਿੱਚ ਇਹ ਘੱਟ ਜਿਹੜੀ ਹੈ ਇੰਸਪਾਇਰ ਕਰਦੀ ਹੈ। ਡੇਂਜਰ ਆਫ ਇਨਫਲੇਸ਼ਨ ਡਿਊ ਟੂ ਫੀਅਰ ਆਫ ਓਵਰ ਯੂਜ਼ ਆਫ ਮਨੀ ਸਪਲਾਈ। ਸਮਟਾਈਮਸ ਇਸਦੇ ਨਾਲ ਇਨਫਲੇਸ਼ਨ ਦਾ ਡੇਂਜਰ ਵੀ ਹੋ ਸਕਦਾ। ਨੈਕਸਟ, ਇਨਕਨਵਰਟੇਬਲ ਪੇਪਰ ਮਨੀ। ਇਹ ਕੰਪਲੀਟਲੀ ਓਪੋਜ਼ਿਟ ਹੈ ਕਨਵਰਟੇਬਲ ਪੇਪਰ ਮਨੀ। ਇਹਦੇ ਵਿੱਚ ਕੋਈ ਵੀ ਗਵਰਨਮੈਂਟ ਗਰੰਟੀ ਨਹੀਂ ਦਿੰਦੀ ਇਸ ਨੂੰ 골ਡ ਐਂਡ ਸਿਲਵਰ ਵਿੱਚ ਕਨਵਰਟ ਕਰਨ ਦੀ। The paper money which is not convertible into standard coins or valuable metals is called inconvertible paper money. Under this system, the monetary authority maintains no metallic reserves. कोई भी reserves नहीं रखे जाते against paper currency. It also gives no guarantee to convert paper money into gold and silver. Economize the use of precious metal. ਇਹਦੀ ਮੈਰਿਟ ਹੈ ਕਿ ਜਿਹੜੇ ਧਾਤਾਂ ਨੇ 골ਡ ਐਂਡ ਸਿਲਵਰ ਬੜੀਆਂ ਪ੍ਰੀਸ਼ੀਅਸ ਮੈਟਲਸ ਨੇ, ਇਹਨਾਂ ਦਾ ਯੂਜ਼ ਜਿਹੜਾ ਹੈ ਉਸ ਨੂੰ ਇਕੋਨੋਮਾਈਜ਼ ਕਰਦਾ ਹੈ। ਇੰਸਪਾਇਰ ਲੈਸ ਪਬਲਿਕ ਕੌਨਫੀਡੈਂਸ, ਕਿਉਂਕਿ ਇਹਦੇ ਵਿੱਚ 골ਡ ਤੇ ਸਿਲਵਰ ਦਾ ਰੋਲ ਵੱਡਾ ਨਹੀਂ ਹੈ। ਸੂਟੇਬਲ ਐਂਡ ਯੂਜ਼ਫੁਲ ਫॉर ਡਿਵੈਲਪਿੰਗ ਕੰਟਰੀਜ਼, ਕਿਉਂਕਿ ਇਹਦੇ ਵਿੱਚ 골ਡ ਤੇ ਸਿਲਵਰ ਪ੍ਰੀਸ਼ੀਅਸ ਮੈਟਲਸ ਦਾ ਯੂਜ਼ ਨਹੀਂ ਹੈ। ਲੈਸ ਡਿਵੈਲਪ ਕੰਟਰੀਜ਼ ਤੋਂ ਇਹਨਾਂ ਧਾਤਾਂ ਦੀ, ਇਹਨਾਂ ਮੈਟਲਸ ਦੀ ਕਮੀ ਪਾਈ ਜਾਂਦੀ ਹੈ। ਨਾਓ ਨੈਕਸਟ, ਲਾਸਟ ਟਾਈਪ ਹੈ ਆਫ ਮੈਟੈਲਿਕ ਮਨੀ, ਇਹ ਹੈ ਫੇਟ ਮਨੀ। ਫੇਟ ਮਨੀ ਇੱਕ ਵੈਰਾਈਟੀ ਹੈ ਇਨਕਨਵਰਟੇਬਲ ਪੇਪਰ ਮਨੀ ਦੀ। ਮਤਲਬ ਕਿ ਇਹ ਸ਼ੋਰ ਹੈ ਕਿ ਇਸ ਦੇ ਬਦਲੇ ਵਿੱਚ 골ਡ ਤੇ ਸਿਲਵਰ ਰਿਜ਼ਰਵਸ ਨਾ ਤਾਂ ਰੱਖੇ ਜਾਣਗੇ ਨਾ ਹੀ यूज किते जाने। It is backed neither by metallic nor by future reserves, मतलब कि बदले विच कोई भी तरह का रिजर्व नहीं रखा जाएगा। In other words, monetary authority gives no guarantee to convert fiat money into valuable metals, कोई भी गारंटी नहीं देती। This is inconvertible money issued by authority of government
ਅੰਡਰ ਐਮਰਜੈਂਸੀ ਕੰਡੀਸ਼ਨ। ਕਦੀ ਵੀ ਅਨਸਰਟੇਨਟੀ ਹੋਏ, ਡਿਪਰੈਸ਼ਨ ਹੋਏ, ਰਿਸੈਸ਼ਨ ਹੋਏ, ਕੋਈ ਵੀ ਇਹੋ ਜਿਹੀ ਚੀਜ਼ ਹੋਏ, ਇਹੋ ਜਿਹੀ ਕੰਡੀਸ਼ਨ ਹੋਏ ਜਦੋਂ ਗਵਰਨਮੈਂਟ ਨੂੰ ਲੱਗਦਾ ਹੈ ਕਿ ਸਾਨੂੰ ਇਹ ਮਨੀ ਇੰਟਰੋਡਿਊਸ ਕਰਨੀ ਚਾਹੀਦੀ ਹੈ, ਤਾਂ ਉਸ ਟਾਈਮ ਦੇ ਉੱਤੇ ਫੇਟ ਮਨੀ ਇੰਟਰੋਡਿਊਸ ਹੋ ਜਾਂਦੀ ਹੈ ਤੇ ਇਸ ਨੂੰ ਇੱਕ ਲਿਮਿਟ ਦੇ ਵਿੱਚ ਹੀ ਇੰਟਰੋਡਿਊਸ ਕੀਤਾ ਜਾਂਦਾ ਹੈ। ਜਿਵੇਂ ਤੁਹਾਡੇ ਦੇਸ਼ ਵਿੱਚ ਡੈਫੀਸ਼ੀਟ ਫਾਈਨੈਂਸਿੰਗ ਹੁੰਦੀ ਹੈ ਜਦੋਂ, ਤਾਂ ਉਸ ਨੂੰ ਅਸੀਂ ਇੱਕ ਟਾਈਪ ਦੀ ਫੇਟ ਮਨੀ ਹੀ ਕਹਿੰਦੇ ਹਾਂ ਕਿ ਉਹ ਅਬਨੋਰਮਲ ਸਰਕਮਸਟੈਂਸਿਸ ਨੂੰ ਠੀਕ ਕਰਨ ਦੇ ਲਈ ਡੈਫੀਸ਼ੀਟ ਫਾਈਨੈਂਸਿੰਗ, ਘਾਟੇ ਦੀ ਵਿੱਤ ਵਿਵਸਥਾ ਲਾਂਚ ਕੀਤੀ ਜਾ ਰਹੀ ਹੈ ਕਿ ਨਵੇਂ ਨੋਟ ਛਾਪੇ ਜਾ ਰਹੇ ਨੇ। ਇਸ ਲਈ ਉਸ ਕੰਡੀਸ਼ਨ ਦੇ ਵਿੱਚ ਜਿਹੜੀ ਮਨੀ ਇਸ਼ੂ ਹੁੰਦੀ ਹੈ ਉਸ ਨੂੰ ਫੇਟ ਮਨੀ ਹੀ ਕਹਿੰਦੇ ਹਨ। Fiat money is the government issued currency that is not backed by any physical commodity such as gold or silver, but rather by the government that issued it. The value of fiat money is derived from the relationship between supply and demand and the stability of issuing government rather than the worth of a commodity backing it as it in the case of commodity money। ਇਹਦੀ ਵੈਲਿਊ ਜਿਹੜੀ ਹੈ ਮਾਰਕੀਟ ਫੋਰਸਿਸ ਦੇ ਦੁਆਰਾ, ਡਿਮਾਂਡ ਐਂਡ ਸਪਲਾਈ ਲਿਖਿਆ ਮਤਲਬ ਕਿ ਇਹਦੀ ਵੈਲਿਊ ਮਾਰਕੀਟ ਫੋਰਸਿਸ ਦੇ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ, ਡਿਟਰਮਾਈਨ ਕੀਤੀ ਜਾਂਦੀ ਹੈ, ਰੈਦਰ ਦੈਨ ਆਫ ਐਨੀ gold and silver reserves। Most modern paper currency is a type of fiat currency, ਜਿਵੇਂ US dollar, euro and the other major global currencies। One major danger of fiat money is that government will print too much of it resulting in hyperinflation। ਇਹ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਮੈਂ I give the reference of deficit financing, ਕਿ ਤੁਹਾਨੂੰ ਵੀ ਪਤਾ ਹੈ ਕਿ ਜਦੋਂ ਡੈਫੀਸਿਟ ਫਾਈਨੈਂਸਿੰਗ ਦਾ ਕੇਸ ਹੁੰਦਾ ਤਾਂ ਉਸ ਟਾਈਮ ਤੇ ਅਸੀਂ ਸਭ ਤੋਂ ਪਹਿਲੀ ਗੱਲ ਇਹ ਕਰਦੇ ਹਾਂ ਕਿ ਇਹਦੇ ਨਾਲ ਇਨਫਲੇਸ਼ਨ ਹੋਣ ਦਾ ਖਤਰਾ ਹੁੰਦਾ ਹੈ। ਇਸ ਲਈ ਜਦੋਂ ਵੀ ਕੰਟਰੀ ਦੇ ਵਿੱਚ ਇਨਫਲੇਸ਼ਨ ਦੇ ਚਾਂਸਸ ਨੇ ਤਾਂ ਉਸ ਟਾਈਮ ਦੇ ਉੱਤੇ ਡੈਫੀਸਿਟ ਫਾਈਨੈਂਸਿੰਗ ਨਹੀਂ ਕਰਨੀ ਚਾਹੀਦੀ। ਇਨੀਸ਼ੀਅਲੀ ਸ਼ੁਰੂਆਤ ਵਿੱਚ fiat money was used during the period of war or emergency, but now it has become the common phenomena in most of the countries, particularly underdeveloped countries which generally lack financial resources for economic development। ਕਲੀਅਰ ਹੋ ਗਈ ਲਾਈਨ ਕਿ ਜਦੋਂ ਵੀ ਸਾਨੂੰ ਡੈਫੀਸ਼ੀਟ ਵੱਧ ਜੇ, ਐਕਸਪੈਂਡੀਚਰ ਵੱਧ ਜੇ ਤੇ ਇਨਕਮ ਘਟ ਜੇ ਤਾਂ ਜ਼ਿਆਦਾਤਰ ਜਿਹੜੀਆਂ ਕੰਟਰੀਜ਼ ਨੇ ਉਹ ਇਸ ਨੂੰ ਈਜ਼ੀ ਮੈਥਡ ਸਮਝ ਕੇ ਪ੍ਰਿੰਟ ਨਿਊ ਨੋਟ ਕਰ ਦਿੰਦੀਆਂ ਨੇ, ਜਿਸ ਨੂੰ ਫੇਟ ਮਨੀ ਦਾ ਨਾਮ ਦੇ ਦਿੱਤਾ ਜਾਂਦਾ ਹੈ। ਸੋ ਇੰਡੀਆ ਦੇ ਵਿੱਚ ਰੁਪੀ ਹੀ ਫੇਟ ਮਨੀ ਦਾ ਵੀ ਕੰਮ ਕਰਦੀ ਹੈ। ਕਲੀਅਰ ਹੈ ਬੇਟਾ? ਹਾਂਜੀ। ਹੁਣ ਆਪਾਂ ਕਰ ਰਹੇ ਹਾਂ ਜੀ ਕ੍ਰੈਡਿਟ ਮਨੀ। ਕ੍ਰੈਡਿਟ ਮਨੀ एक मॉडर्न कॉन्सेप्ट है ਜਿਹੜਾ ਕਿ ਐਟ ਪ੍ਰੈਜ਼ੈਂਟ ਸਭ ਤੋਂ ਜ਼ਿਆਦਾ ਯੂਜ਼ ਹੋ ਰਿਹਾ। ਦੈਟ ਮੀਨਸ ਕਿ ਜ਼ਿਆਦਾਤਰ ਤਾਂ ਕਰੋਨਾ ਦੇ ਕੇਸਿਸ ਦੇ ਵਿੱਚ, ਜਦੋਂ ਕਰੋਨਾ ਕੋਵਿਡ ਪੈਂਡੈਮਿਕ ਸ਼ੁਰੂ ਹੋਇਆ ਤਾਂ ਅਸੀਂ ਬਹੁਤ ਹੀ ਜ਼ਿਆਦਾ ਇਸ ਨੂੰ ਯੂਜ਼ ਕਰਨ ਲੱਗੇ, ਕਿਉਂਕਿ ਵੀ ਸਟਾਰਟਡ ਅਡੋਪਟਿੰਗ ਐਨ ਈਜ਼ੀ ਆਪਸ਼ਨ ਫॉर ਸੇਵਿੰਗ ਪਰਪਸ। ਆਪਣੇ ਆਪ ਨੂੰ ਰਿਸਕ ਤੋਂ ਬਚਾਉਣ ਦੇ ਲਈ ਅਸੀਂ ਹੱਥ ਮਿਲਾਉਣੇ ਬੰਦ ਕਰਤੇ, ਤਾਂ ਇਸ ਲਈ ਅਸੀਂ ਕ੍ਰੈਡਿਟ ਮਨੀ ਵਾਲਾ ਜ਼ਿਆਦਾਤਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹ ਮੀਨਸ ਨੂੰ ਯੂਜ਼ ਕਰੀਏ। Demand deposits of the banks, which are withdrawals through checks, serves as money and the checks are accepted as a means of payment। check एक credit money ਦੀ form। it is noted that the check by itself is not money, it is only a credit instrument which perform the function of money। that is why credit money is regarded as near money। ਕ੍ਰੈਡਿਟ ਮਨੀ ਦੇ ਵਿੱਚ ਅਸੀਂ ਪਲਾਸਟਿਕ ਮਨੀ ਵੀ ਲੈ ਲੈਂਦੇ ਹਾਂ, ਡੈਬਿਟ ਕਾਰਡ ਵੀ ਲੈ ਲੈਂਦੇ ਹਾਂ, ਕ੍ਰੈਡਿਟ ਕਾਰਡ ਵੀ ਲੈ ਲੈਂਦੇ ਹਾਂ, ਵੀਜ਼ਾ ਕਾਰਡ ਵੀ ਲੈ ਲੈਂਦੇ ਹਾਂ, ਜਿਹੜੇ ਟਰੈਵਲ ਚਲਾਨ ਹੁੰਦੇ ਨੇ ਉਹਨਾਂ ਨੂੰ ਵੀ ਲੈ ਲੈਂਦੇ ਹਾਂ। ਹਰ ਤਰ੍ਹਾਂ ਦੀ ਮਨੀ ਕ੍ਰੈਡਿਟ ਮਨੀ। ਇਸ ਨੂੰ ਪਲਾਸਟਿਕ ਮਨੀ ਵੀ ਐਟ ਪ੍ਰੈਜ਼ੈਂਟ ਕਹਿ ਦਿੱਤਾ ਜਾਂਦਾ ਹੈ ਕਿਉਂਕਿ ਇਹ ਜ਼ਿਆਦਾਤਰ ਪਲਾਸਟਿਕ ਫਾਰਮ ਦੇ ਵਿੱਚ ਅਵੇਲੇਬਲ ਹੁੰਦੀ ਹੈ, ਲਾਈਕ ਵੀਜ਼ਾ ਕਾਰਡ, ਡੈਬਿਟ ਕਾਰਡ, ਰੁਪੀ ਕ੍ਰੈਡਿਟ ਕਾਰਡ। ਇਹ ਸਾਰੇ ਜਿਹੜੇ ਨੇ ਫਾਰਮਸ ਜਿਹੜੇ ਨੇ ਇਹ ਕ੍ਰੈਡਿਟ ਮਨੀ ਦੀਆਂ ਹੀ ਫਾਰਮਸ ਨੇ। ਦੈਟ ਮੀਨਸ ਕ੍ਰੈਡਿਟ ਮਨੀ ਉਹ ਹੁੰਦੀ ਹੈ ਜਿਹੜੀ ਦੇਖਣ ਦੇ ਵਿੱਚ ਮਨੀ ਵਰਗੀ ਨਹੀਂ ਹੁੰਦੀ, ਪਰ ਐਕਚੁਅਲ 'ਚ ਇਹ ਮਨੀ ਦੇ ਕਾਫੀ ਮੇਜਰ ਜਿਹੜੇ ਨੇ ਫੰਕਸ਼ਨਸ ਨੂੰ
प्ले करती है। ज़्यादातर ਜਿਹੜੇ ਮੇਜਰ ਫੰਕਸ਼ਨਸ ਆਫ ਮਨੀ ਨੇ ਉਹਨਾਂ ਨੂੰ ਆਪਾਂ ਆਪਰੇਟ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਕ੍ਰੈਡਿਟ ਮਨੀ। ਕਲੀਅਰ ਹੈ ਬੇਟਾ? हाँ जी। ਹੁਣ ਲਾਸਟ ਹੈ, ਇਹ ਬੜਾ ਇੰਪੋਰਟੈਂਟ ਕੁਐਸਚਨ ਹੈ, ਸ਼ਾਰਟ ਕੁਐਸਚਨ ਆ ਜਾਂਦਾ ਹੈ, ਡਿਫਰੈਂਸ ਬਿਟਵੀਨ ਮਨੀ ਐਂਡ ਨੀਅਰ ਮਨੀ। Money is any object that is generally accepted as payment for goods and services and repayment of debt in a given country. Money ਹਰ ਉਹ ਚੀਜ਼ ਹੈ ਜਿਸ ਨੂੰ ਭੁਗਤਾਨ ਕਰਨ ਲਈ ਜਾਂ ਰਿਸਿਪਟ ਕਰਨ ਲਈ accept ਕੀਤਾ ਜਾਂਦਾ। ਇਹਦੇ ਵਿੱਚ ਤੁਸੀਂ ਮਨੀ ਦਾ ਮੀਨਿੰਗ ਵੀ ਲਿਖ ਸਕਦੇ ਹੋ, ਜਿਹੜਾ ਅਸੀਂ ਲਿਖਿਆ ਸੀ, ਮੀਡੀਅਮ ਆਫ ਐਕਸਚੇਂਜ, ਸਟੈਂਡਰਡ ਆਫ ਵੈਲਿਊ, ਸਟੋਰ ਆਫ ਵੈਲਿਊ, ट्रांसफर ऑफ वैल्यू, ये सारे फंक्शन मनी दे होंगे। ठीक है जी। दूजे पासे नियर मनी, निकट मुद्रा कहते हैं इनू। नियर मनी इज द सब्सटीट्यूशन ऑफ मनी एंड इट कंसिस्ट फाइनेंशियल एसेट्स। सब्सटीट्यूशन है मनी का, देखण च मनी नहीं है पर सब्सटीट्यूट किनू कहने आपां, जिवें मेरी जगह दे उत्ते कोई होर टीचर आ जाए क्लास च, उन्होंने सब्सटीट्यूट बोल देने हैं। सब्सटीट्यूशन गुड्स पढ़ियां ने ना तुसी, कोक हाँ एंड जी। पैप्सी, सेम वही काम है, मनी दी जगह दे उत्ते मनी दा काम करेगा पर देखण च मनी वर्गा नहीं लगता। नियर मनी इज द सब्सटीट्यूशन ऑफ मनी एंड इट कंसिस्ट फाइनेंशियल एसेट्स। जिवें मेरी जगह दे उत्ते फोटो पई है, या परमात्मा दी जगह ते ਆਪਾਂ परमात्मा दी फोटो रख ਲੈਨੇ, ਉਹਦੀ ਪਾਠ ਪੂਜਾ ਕਰਦੇ ਆ ਤੇ ਉਸ ਨੂੰ ਅਸੀਂ ਯਾਦ ਕਰਦੇ ਆ, ਪਰ ਐਕਚੁਅਲ ਦੇ ਵਿੱਚ ਫੋਟੋ ਵਿੱਚ ਰੱਬ ਤਾਂ ਨਹੀਂ ਹੈ ਨਾ, ਉਹ ਤਾਂ ਸਾਡੀ ਆਸਥਾ 'ਚ ਰੱਬ ਹੈ। ਮਨੀ ਜਿਹੜੀ ਹੈ ਉਹਦੀ ਫੇਸ ਵੈਲਿਊ ਵੀ ਮਨੀ ਹੈ ਤੇ ਉਹ ਕੰਮ ਵੀ ਮਨੀ ਦੇ ਕਰ ਰਹੀ ਹੈ। ਨੀਅਰ ਮਨੀ ਦੀ ਫੇਸ ਵੈਲਿਊ ਮਨੀ ਨਹੀਂ ਹੈ, ਉਹ ਸਿਰਫ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮਨੀ ਦੇ। ਠੀਕ ਹੈ। ਮਨੀ ਕੰਸਿਸਟ ਲੀਗਲ ਟੈਂਡਰ ਮਨੀ, ਸਰਕਾਰ ਦੁਆਰਾ ਇਸ ਨੂੰ ਅਧਿਕਾਰ ਹਾਸਿਲ ਹੈ। ਬੈਂਕ ਡਰਾਫਟ, ਟਰੈਵਲ ਚੈਕਸ, ਸ਼ੇਅਰਸ, ਬੌਂਡਸ ਐਕਸੈਟਰਾ ਨੀਅਰ ਮਨੀ ਦੇ ਐਸੈਟਸ ਨੇ ਜਿਹੜੇ ਕਿ ਆਪਸ਼ਨ ਮਨੀ ਦੇ ਵਿੱਚ ਆਉਂਦੇ ਨੇ, ਲੀਗਲ ਟੈਂਡਰ 'ਚ ਨਹੀਂ ਆਉਂਦੇ। क्लियर है? हाँ जी। मनी इज डायरेक्टली यूज फॉर मेकिंग ट्रांजैक्शंस। सीधे तरह दे उत्ते असी पैसा देने आ, नोट दिखाने आ, बंदा नोट देख के चीज दे दिंदा। पर नियर मनी दे विच इनडायरैक्ट मीडियम ऑफ एक्सचेंज है, क्योंकि मनी दिखण च नहीं दिख रही। जदों तुसीं चैक दे रहे हो, चैक नूं पहले ट्रांसफर करवाओगे, उस तो बदले विच बाद विच तुहानूं मनी मिलेगी, पहले वो चैक ही है देखण नूं। It has to be firstly converted into ready money and then used for transactions. General acceptable, that means money, कोई दो राय नहीं, सामने तुसी 1000 ਦੀ ਚੀਜ਼ ਲੈ ਰਹੇ ਹੋ, 1000 ਦਾ ਨੋਟ ਤੁਹਾਡੇ ਸਾਹਮਣੇ ਹੈ, ਤੁਹਾਨੂੰ ਕੋਈ ਰਿਸਕ ਨਹੀਂ ਹੈ। ਜਦੋਂ ਚੈੱਕ ਕੋਈ ਦੇ ਰਿਹਾ ਹੈ, you will, ਚਲੋ 1000 is a very cheap example, such kind of risk are under when the amount of money is very high, ट्रांजैक्शन बहुत ज़्यादा है। मान लो कि 1.5 लाख रुपया या 2 लाख रुपए ਜਿਹੜੇ ਆ ਉਹਦੀ ट्रांजैक्शन करनी, ਬੰਦੇ ਤੁਹਾਨੂੰ ਚੈੱਕ ਦੇ ਦਿੱਤਾ, ਹੁਣ ਚੈੱਕ ਜਿਹੜਾ ਉਹ ਬਾਉਂਸ ਹੋ ਗਿਆ, ਹੋ ਸਕਦਾ ਕਿ ਰੋਂਗ ਚੈੱਕ ਹੋਵੇ, ਉਹਦੇ ਤੇ ਐਡਰੈਸ ਗਲਤ ਹੋਵੇ, ਸਾਈਨ ਗਲਤ ਹੋਣ, ਜਾਂ ਉਹ ਬੰਦੇ ਦਾ ਅਕਾਊਂਟ ਹੀ ਨਾ ਹੋਏ, ਜਾਂ ਉਸ ਬੰਦੇ ਦੇ ਅਕਾਊਂਟ 'ਚ ਬੈਲੈਂਸ ਹੀ ਨਾ ਹੋ, ਸੋ ਅਸੈਪਟੇਬਿਲਿਟੀ ਘੱਟ ਹੈ। ਲਿਕੁਇਡਿਟੀ, ਮਨੀ 100% ਲਿਕੁਇਡ ਹੈ, मतलब कैश विच ही है। लिक्विडिटी मीनस इकनॉमिक्स टर्म्स ਦੇ ਵਿੱਚ ਅਸੀਂ कैश ਨੂੰ लिक्विडिटी ਕਹਿੰਦੇ ਹਾਂ। 100% लिक्विड है, पर नियर मनी 100% लिक्विडिटी नहीं है। इट इन्वॉल्व्स टाइम कॉस्ट फॉर इट्स कन्वर्जन इनटू मनी, ਇਸ ਨੂੰ ਕਨਵਰਟ ਕਰਨਾ ਪੈਂਦਾ ਹੈ ਮਨੀ ਦੀ ਫਾਰਮ ਦੇ ਵਿੱਚ। ਸੋ ਇੱਕ ਹੋਰ ਚੀਜ਼ ਮੈਂ ਇੱਥੇ ਕਰ ਦੇਣਾ ਚਾਹੁੰਦੀ ਹਾਂ ਕਲੀਅਰ, ਕਿ ਨੀਅਰ ਮਨੀ ਵੀ ਟ੍ਰਾਂਸਫਰੇਬਿਲਿਟੀ ਫੰਕਸ਼ਨ ਅਪਲਾਈ ਕਰਦੀ ਹੈ। ਨੀਅਰ ਮਨੀ ਦੇ ਵਿੱਚ ਵੀ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਫਰੇਬਿਲਿਟੀ ਕਰ ਲੈਂਦੇ ਹਾਂ, ਇਵੇਂ ਕਿ ਮਨੀ ਤੋਂ ਕਈ ਵਾਰ ਜ਼ਿਆਦਾ ਹੁੰਦੀ ਹੈ, ਨੀਅਰ ਮਨੀ ਦੇ ਵਿੱਚ ਜਲਦੀ ਪਹੁੰਚ ਜਾਂਦੀਆਂ ਨੇ ਚੀਜ਼ਾਂ। ਤੇ ਦੋਨਾਂ ਦੇ ਵਿੱਚ ਮਤਲਬ ਟ੍ਰਾਂਸਫਰੇਬਿਲਿਟੀ ਫੰਕਸ਼ਨਸ ਨੇ। ਸਟੋਰ ਦੇ ਫੰਕਸ਼ਨ ਵੀ ਦੋਨਾਂ ਦੇ ਵਿੱਚ ਨੇ, ਮੀਡੀਅਮ ਆਫ ਐਕਸਚੇਂਜ ਦਾ ਫੰਕਸ਼ਨ ਵੀ ਦੋਨਾਂ 'ਚ ਹੈ, ਤੇ ਜਿਹਨੂੰ ਤੁਸੀਂ ਕਹਿੰਦੇ ਸੀ ਫਿਊਚਰ ਪੇਮੈਂਟ, ਸਟੈਂਡਰਡ ਆਫ ਡੈਫਰਡ ਪੇਮੈਂਟਸ, ਉਹ ਵੀ ਫੰਕਸ਼ਨ ਮਨੀ ਤੇ ਨੀਅਰ ਮਨੀ ਦੋਨੋਂ ਆਪਰੇਟ ਕਰਦੇ हैं। So with this kind of money is complete right now.